ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਤੇ। ਅਸੀਂ ਇਸ ਚੈਪਟਰ ਦਾ ਅੱਧਾ ਸਫ਼ਰ ਪੂਰਾ ਕਰ ਲਿਆ ਹੈ ਅਤੇ ਅੱਧਾ ਅਜੇ ਬਾਕੀ ਹੈ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਮਲਟੀਪਲ ਚੁਆਇਸ ਕੁਐਸਚਨ ਦੇ ਫਾਰਮੈਟ ਵਿੱਚ ਪ੍ਰੋਪਰਟੀਜ਼ ਦੀ ਇੰਪੋਰਟੈਂਸ ਬਹੁਤ ਵੱਧ ਜਾਂਦੀ ਹੈ, ਕਿਉਂਕਿ ਪ੍ਰੋਪਰਟੀਜ਼ ਦੀ ਵਰਤੋਂ ਦੇ ਨਾਲ ਲੈਂਥੀ ਪ੍ਰਸ਼ਨ ਨੂੰ ਵੀ ਕੁਝ ਹੀ ਸਟੈਪਸ ਦੇ ਵਿੱਚ ਹੱਲ ਕੀਤਾ ਜਾ ਸਕਦਾ ਹੈ। ਇਸੇ ਲਈ ਅਸੀਂ ਅੱਜ ਕੰਜੂਗੇਟ ਆਫ ਕੰਪਲੈਕਸ ਨੰਬਰ ਦੀ ਪ੍ਰੋਪਰਟੀਜ਼ ਬਾਰੇ ਡਿਸਕਸ ਕਰਾਂਗੇ ਅਤੇ ਇਹਨਾਂ ਪ੍ਰੋਪਰਟੀ ਦੀ ਵਰਤੋਂ ਦੇ ਨਾਲ ਕੁਝ ਪ੍ਰਸ਼ਨ ਵੀ ਹੱਲ ਕਰਾਂਗੇ। ਅਤੇ ਪ੍ਰਸ਼ਨ ਰੀਲ ਦੀ ਸੀਰੀਜ਼ ਜੋ ਹੈ ਆਲਰੇਡੀ ਮੇਰੇ ਇੰਸਟਾਗ੍ਰਾਮ ਪੇਜ ਤੇ ਮੈਂ ਸ਼ੁਰੂ ਕਰ ਦਿੱਤੀ ਹੈ। ਤੁਸੀਂ ਉਹਨਾਂ ਰੀਲਸ ਨੂੰ ਵੀ ਜ਼ਰੂਰ ਵੇਖਣਾ ਅਤੇ ਮੈਨੂੰ ਇਸ ਟੌਪਿਕ ਨਾਲ ਰਿਲੇਟਡ ਜੋ ਵੀ ਤੁਹਾਡੇ ਡਾਊਟਸ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਇਸ ਟੌਪਿਕ ਦੇ ਨੋਟਸ ਅਤੇ MCQ ਸੀਰੀਜ਼ ਦੀ PDF ਲਈ ਮੇਰੇ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗਾ। ਪਹਿਲੀ ਪ੍ਰੋਪਰਟੀ ਸਾਡੇ ਕੋਲ ਹੈ Z ਡਬਲ ਬਾਰ ਇਜ਼ ਇਕੁਅਲ ਟੂ Z ਦੇ। ਜਦੋਂ ਅਸੀਂ Z ਕੰਜੂਗੇਟ ਦਾ ਕੰਜੂਗੇਟ ਕਰਦੇ ਹਾਂ ਤਾਂ ਉਹ Z ਦੇ ਬਰਾਬਰ ਹੀ ਆ ਜਾਂਦਾ ਹੈ। ਇਸ ਪ੍ਰੋਪਰਟੀ ਨੂੰ ਅਸੀਂ ਪ੍ਰੂਵ ਕਿਸ ਤਰ੍ਹਾਂ ਕਰਾਂਗੇ ਵੇਖ ਲੈਂਦੇ ਹਾਂ। ਸਾਨੂੰ ਪਤਾ ਹੈ ਸਾਡੇ ਕੋਲ ਜੋ Z ਹੈ Z ਬਰਾਬਰ ਹੁੰਦਾ ਹੈ x ਪਲਸ ਆਇਟਾ y ਦੇ, ਅਤੇ ਜੋ x ਤੇ y ਨੇ ਉਹ ਸਾਡੇ ਕੋਲ ਕੀ ਨੇ, ਰੀਅਲ ਨੰਬਰਸ ਨੇ। ਜਦੋਂ ਅਸੀਂ Z ਦਾ ਕੰਜੂਗੇਟ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਵੇਗਾ, x ਪਲਸ ਆਇਟਾ y ਦਾ ਬਾਰ ਕੰਜੂਗੇਟ, ਤਾਂ ਇਹ ਸਾਡੇ ਕੋਲ ਆ ਜਾਏਗੀ ਵੈਲਿਊ x ਮਾਈਨਸ ਆਇਟਾ y ਦੇ ਇਕੁਅਲ, ਕਿਉਂਕਿ ਕੰਜੂਗੇਟ ਦੇ ਵਿੱਚ ਅਸੀਂ ਕੀ ਕਰ ਦਿੰਦੇ ਹਾਂ, ਆਇਟਾ ਦਾ ਸਾਈਨ ਚੇਂਜ ਕਰ ਦਿੰਦੇ ਹਾਂ। ਹੁਣ ਅਸੀਂ ਅਗਰ Z ਬਾਰ ਦਾ Z ਕੰਜੂਗੇਟ ਦਾ ਇੱਕ ਵਾਰ ਹੋਰ ਕੰਜੂਗੇਟ ਕਰਾਂਗੇ ਜਾਂ Z ਦਾ ਦੋ ਵਾਰ ਕੰਜੂਗੇਟ ਕਰਾਂਗੇ ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਲਿਖਾਂਗੇ, x ਮਾਈਨਸ ਆਇਟਾ y ਦਾ ਕੰਜੂਗੇਟ, ਤਾਂ ਫਿਰ ਆਪਣੇ ਕੋਲ ਆਇਟਾ ਦਾ ਸਾਈਨ ਜਿਹੜਾ ਚੇਂਜ ਹੋ ਜਾਏਗਾ ਤਾਂ ਆਪਣੇ ਕੋਲ ਆ ਜਾਏਗਾ x ਪਲਸ ਆਇਟਾ y। ਤਾਂ ਇੱਥੋਂ ਸਾਡੇ ਕੋਲ Z ਡਬਲ ਬਾਰ ਜਾਂ ਫਿਰ ਕਹਿ ਸਕਦੇ ਹਾਂ ਕਿ Z ਦਾ ਦੋ ਵਾਰ ਕੰਜੂਗੇਟ ਕਰਨ 'ਤੇ ਸਾਡੇ ਕੋਲ ਜਿਹੜੀ ਵੈਲਿਊ ਆ ਗਈ ਉਹ ਕਾਹਦੇ ਇਕੁਅਲ ਆ ਗਈ, x ਪਲਸ ਆਇਟਾ y ਦੇ। ਅਤੇ ਸਾਨੂੰ ਪਤਾ ਹੈ ਕਿ ਜਿਹੜਾ Z ਹੈ ਉਹ ਕਾਹਦੇ ਇਕੁਅਲ ਹੁੰਦਾ ਹੈ, ਉਹ ਹੁੰਦਾ ਹੈ x ਪਲਸ ਆਇਟਾ y ਦੇ ਇਕੁਅਲ। ਤਾਂ ਅਸੀਂ x ਪਲਸ ਆਇਟਾ y ਦੀ ਜਗ੍ਹਾ ਕੀ ਵੀ ਲਿਖ ਸਕਦੇ ਹਾਂ, Z। ਤਾਂ ਇੱਥੋਂ ਜਿਹੜੀ ਸਾਡੀ ਪਹਿਲੀ ਪ੍ਰੋਪਰਟੀ ਜਿਹੜੀ ਹੈ ਉਹ ਪ੍ਰੂਵ ਹੁੰਦੀ ਹੈ ਕਿ Z ਡਬਲ ਬਾਰ ਇਜ਼ ਇਕੁਅਲ ਟੂ ਕਾਹਦੇ ਇਕੁਅਲ ਹੁੰਦਾ ਹੈ, Z ਦੇ ਇਕੁਅਲ ਹੁੰਦਾ ਹੈ। ਦੂਜੀ ਪ੍ਰੋਪਰਟੀ ਹੈ ਸਾਡੇ ਕੋਲ Z ਬਾਰ ਇਜ਼ ਇਕੁਅਲ ਟੂ ਮਾਈਨਸ Z ਦੇ, ਇੰਪਲਾਈਜ਼ ਐਂਡ ਇੰਪਲਾਈਡ ਬਾਈ Z ਇਜ਼ ਪਿਓਰਲੀ ਇਮੈਜਨਰੀ। ਇਸ ਪ੍ਰੋਪਰਟੀ ਦਾ ਪ੍ਰੂਫ ਦੇਖ ਲੈਂਦੇ ਹਾਂ। ਸਾਨੂੰ ਦਿੱਤਾ ਹੈ ਕਿ ਜਿਹੜਾ Z ਬਾਰ ਹੈ ਉਹ ਇਜ਼ ਇਕੁਅਲ ਟੂ ਹੈ ਮਾਈਨਸ Z ਦੇ, ਅਤੇ ਅਸੀਂ ਇਸ ਨੂੰ ਲਿਖ ਸਕਦੇ ਹਾਂ ਇਸ ਤਰ੍ਹਾਂ, ਇੰਪਲਾਈਜ਼ ਐਂਡ ਇੰਪਲਾਈਡ ਬਾਈ Z ਬਾਰ ਪਲਸ Z ਇਜ਼ ਇਕੁਅਲ ਟੂ 0 ਦੇ। ਮੈਂ Z ਨੂੰ ਇਸ ਤਰਫ ਲਿਆ ਹੈ। ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਅਸੀਂ Z ਨੂੰ ਸਪੋਜ਼ ਕਰਦੇ ਹੁੰਦੇ ਹਾਂ x ਪਲਸ ਆਇਟਾ y ਦੇ, ਅਤੇ ਜਿਹੜਾ Z ਬਾਰ ਹੈ ਉਹ ਸਾਡੇ ਕੋਲ ਆ ਜਾਵੇਗਾ x ਮਾਈਨਸ ਆਇਟਾ y ਦੇ ਇਕੁਅਲ, ਕਿਉਂਕਿ ਕੰਜੂਗੇਟ ਨਾਲ ਆਇਟਾ ਦਾ ਸਾਈਨ ਜਿਹੜਾ ਚੇਂਜ ਹੋ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਅਸੀਂ Z ਬਾਰ ਤੇ Z ਦੀ ਜਗ੍ਹਾ 'ਤੇ ਫਸਟ ਇਕੁਏਸ਼ਨ ਦੇ ਵਿੱਚ ਇਹਨਾਂ ਦੀ ਵੈਲਿਊ ਸਬਸਟੀਟਿਊਟ ਕਰਾਂਗੇ ਤਾਂ ਸਾਡੇ ਕੋਲ ਕੀ ਆ ਜਾਵੇਗਾ, x ਮਾਈਨਸ ਆਇਟਾ y ਪਲਸ x ਪਲਸ ਆਇਟਾ y ਇਜ਼ ਇਕੁਅਲ ਟੂ 0 ਦੇ। ਆਇਟਾ y ਕੈਂਸਲ ਆਊਟ ਹੋ ਚੁੱਕੇ ਨੇ ਅਤੇ ਆਪਣੇ ਕੋਲ ਬਚ ਗਿਆ 2x ਇਜ਼ ਇਕੁਅਲ ਟੂ 0 ਦੇ। ਤਾਂ ਇੱਥੋਂ ਸਾਡੇ ਕੋਲ ਕੀ ਆ ਗਿਆ, x ਬਰਾਬਰ ਆ ਗਿਆ 0 ਦੇ। ਇਸ ਦਾ ਮਤਲਬ ਹੈ ਕਿ ਜਿਹੜਾ ਕੰਪਲੈਕਸ ਨੰਬਰ ਹੈ ਉਹਦਾ ਜਿਹੜਾ ਰੀਅਲ ਪਾਰਟ ਹੈ ਉਹ ਆਪਣੇ ਕੋਲ ਕਿੰਨਾ ਆ ਗਿਆ, 0 ਆ ਗਿਆ। ਜਾਂ ਅਸੀਂ ਕੀ ਕਹਿ ਸਕਦੇ ਹਾਂ ਕਿ ਜਿਹੜਾ Z ਹੈ ਉਹ ਆਪਣੇ ਕੋਲ ਕੀ ਹੈ, ਪਿਓਰਲੀ ਇਮੈਜਨਰੀ ਹੈ, ਕਿਉਂਕਿ ਉਹਦਾ ਜਿਹੜਾ ਰੀਅਲ ਪਾਰਟ ਹੈ ਉਹ ਤਾਂ ਸਾਡੇ ਕੋਲ ਕੀ ਆ ਗਿਆ, 0 ਆ ਗਿਆ। ਸੈਕੰਡ ਪ੍ਰੋਪਰਟੀ ਜਿਹੜੀ ਹੈ ਸਾਡੇ ਕੋਲ ਬਹੁਤ ਇੰਪੋਰਟੈਂਟ ਹੈ। ਤਾਂ ਅਸੀਂ ਇਸ ਪ੍ਰੋਪਰਟੀ ਨਾਲ ਦੋ ਤਰੀਕਿਆਂ ਦੇ ਨਾਲ ਇਸ ਪ੍ਰੋਪਰਟੀ ਦੀ ਵਰਤੋਂ ਕਰਕੇ ਪ੍ਰਸ਼ਨ ਨੂੰ ਹੱਲ ਕਰ ਸਕਦੇ ਹਾਂ। ਜੇ ਅਸੀਂ ਆਲਰੇਡੀ ਪ੍ਰੂਵ ਕੀਤਾ ਹੈ ਕਿ Z ਬਾਰ ਇਜ਼ ਇਕੁਅਲ ਟੂ ਮਾਈਨਸ Z ਦੇ ਹੈ ਤਾਂ ਦੈਨ Z ਇਜ਼ ਪਿਓਰਲੀ ਇਮੈਜਨਰੀ। ਔਰ ਅਸੀਂ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ Z ਅਗਰ ਪਿਓਰਲੀ ਇਮੈਜਨਰੀ ਹੈ ਤਾਂ Z ਬਾਰ ਬਰਾਬਰ ਹੋਵੇਗਾ ਮਾਈਨਸ Z ਦੇ। ਤਾਂ ਇਹ ਇੰਪਲਾਈਜ਼ ਐਂਡ ਇੰਪਲਾਈਡ ਬਾਈ ਮਤਲਬ ਇਹ ਹੋਵੇਗਾ ਤਾਂ ਆ ਹੋਵੇਗਾ। ਅਗਰ Z ਬਾਰ ਇਜ਼ ਇਕੁਅਲ ਟੂ ਮਾਈਨਸ Z ਦੇ ਹੈ ਤਾਂ Z ਪਿਓਰਲੀ ਇਮੈਜਨਰੀ ਹੋਵੇਗਾ, ਅਤੇ ਅਗਰ ਜੇ Z ਪਿਓਰਲੀ ਇਮੈਜਨਰੀ ਗਿਵਨ ਹੈ ਤਾਂ Z ਬਾਰ ਮਾਈਨਸ Z ਦੇ ਇਕੁਅਲ ਹੋਵੇਗਾ। ਇੰਪਲਾਈਜ਼ ਐਂਡ ਇੰਪਲਾਈਡ ਬਾਏ ਦਾ ਇਹ ਮਤਲਬ ਹੁੰਦਾ ਹੈ ਕਿ ਅਗਰ ਇਹ ਹੋਵੇਗਾ ਤਾਂ ਆ ਸੀ, ਤਾਂ ਆ ਹੋਵੇਗਾ ਤਾਂ ਆ ਹੋਵੇਗਾ। ਇਸ ਤਰ੍ਹਾਂ ਇਹ ਇੰਪਲਾਈਜ਼ ਐਂਡ ਇੰਪਲਾਈਡ ਬਾਏ ਦਾ ਸਾਈਨ ਜਿਹੜਾ ਉਹ ਕੰਮ ਕਰਦਾ ਹੈ। ਤਾਂ ਅਸੀਂ ਇਸ ਪ੍ਰੋਪਰਟੀ ਨੂੰ ਦੋ ਤਰੀਕਿਆਂ ਨਾਲ ਪ੍ਰਸ਼ਨ ਨੂੰ ਹੱਲ ਕਰਨ ਲਈ ਵਰਤ ਸਕਦੇ ਹਾਂ। ਜਿਹੜਾ ਪਹਿਲਾ ਮੈਥਡ ਹੈ ਉਹ ਇਹ ਹੈ ਕਿ ਇਫ Z ਇਜ਼ ਪਿਓਰਲੀ ਇਮੈਜਨਰੀ, ਅਗਰ ਸਾਨੂੰ ਸਟੇਟਮੈਂਟ ਦੇ ਵਿੱਚ ਗਿਵਨ ਹੋਵੇ ਕਿ Z ਆਪਣੇ ਕੋਲ ਕੀ ਹੈ, ਪਿਓਰਲੀ ਇਮੈਜਨਰੀ ਹੈ, ਅਗਰ ਸਾਨੂੰ ਸਟੇਟਮੈਂਟ ਦੇ ਵਿੱਚ ਇਹ ਦਿੱਤਾ ਹੋਵੇ ਤਾਂ ਅਸੀਂ ਉੱਥੋਂ ਕੀ ਕਹਿ ਸਕਦੇ ਹਾਂ ਕਿ Z ਬਾਰ ਬਰਾਬਰ ਹੋਵੇਗਾ ਮਾਈਨਸ Z ਦੇ। ਤਾਂ ਜਿਹੜਾ ਸਾਨੂੰ ਕੰਪਲੈਕਸ ਨੰਬਰ ਗਿਵਨ ਆ ਰਾਜੇ ਉਸ ਦਾ ਕੰਜੂਗੇਟ ਕਰਕੇ
ਮਾਈਨਸ z ਦੇ ਮਤਲਬ ਉਸੇ ਕੰਪਲੈਕਸ ਨੰਬਰ ਦੇ ਮਾਈਨਸ ਦੇ ਇਕੁਅਲ ਰੱਖ ਦੇਣਾ ਹੈ ਕਿ ਅਗਰ ਸਾਡੇ ਕੋਲ ਕੋਈ ਵੀ ਕੰਪਲੈਕਸ ਨੰਬਰ ਦਿੱਤਾ ਹੋਇਆ ਤੇ ਅਗਰ ਕਹਿ ਦਿੱਤਾ ਹੈ ਕੁਐਸਚਨ ਦੇ ਵਿੱਚ ਕਿ ਉਹ ਭਾਈ ਪਿਓਰਲੀ ਇਮੈਜਿਨਰੀ ਹੈ ਤਾਂ ਅਸੀਂ ਕਹਾਂਗੇ ਵੀ ਉਹਦਾ ਕੰਜੂਗੇਟ ਕਰ ਦਿਓ ਤੇ ਉਹਨੂੰ ਉਸਦੇ ਮਾਈਨਸ ਸਾਈਨ ਪਾ ਕੇ ਉਹਦੇ ਇਕੁਅਲ ਰੱਖ ਦਿਓ। ਤਾਂ ਇਹ ਤਾਂ ਹੈ ਪਹਿਲਾ ਮੈਥਡ ਸੋਲਵ ਕਰਨ ਦਾ। ਸੈਕਿੰਡ ਮੈਥਡ ਸਾਡੇ ਕੋਲ ਕੀ ਹੈ ਰਾਜੇ ਕਿ ਅਗਰ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਹੋਵੇ ਕਿ z ਜਿਹੜਾ ਸਾਡੇ ਕੋਲ ਪਿਓਰਲੀ ਇਮੈਜਿਨਰੀ ਹੈ ਤਾਂ ਸੈਕਿੰਡ ਮੈਥਡ ਕੀ ਕਹਿੰਦਾ ਵੀ ਸਾਨੂੰ ਪਤਾ ਹੈ ਜਦੋਂ z ਪਿਓਰਲੀ ਇਮੈਜਿਨਰੀ ਗਿਵਨ ਹੈ ਤਾਂ z ਦਾ ਜਿਹੜਾ ਰੀਅਲ ਪਾਰਟ ਹੋਏਗਾ ਉਹ ਸਾਨੂੰ ਕਿਹਦੇ ਇਕੁਅਲ ਹੋਵੇਗਾ 0 ਦੇ। ਇਹ ਅਸੀਂ ਆਲਰੇਡੀ ਪ੍ਰੂਵ ਕੀਤਾ ਹੈ ਕਿ x ਜਿਹੜਾ ਉਹ 0 ਦੇ ਇਕੁਅਲ ਹੋਵੇਗਾ। ਤਾਂ ਰਾਜੇ ਉਸ ਟਾਈਮ ਤੇ ਅਸੀਂ ਕੀ ਕਰਨਾ ਹੈ, ਅਸੀਂ ਜਿਹੜਾ ਗਿਵਨ ਕੰਪਲੈਕਸ ਨੰਬਰ ਹੋਵੇਗਾ ਉਸ ਦੇ ਵਿੱਚ ਰੀਅਲ ਪਾਰਟ ਤੇ ਇਮੈਜਿਨਰੀ ਪਾਰਟ ਨੂੰ ਵੱਖ-ਵੱਖ ਕਰ ਲੈਣਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਰੀਅਲ ਪਾਰਟ ਹੋਵੇਗਾ ਉਸ ਨੂੰ ਅਸੀਂ 0 ਦੇ ਇਕੁਅਲ ਸਬਸਟੀਟਿਊਟ ਕਰ ਦਾਂਗੇ ਤਾਂ ਉੱਥੋਂ ਜਿਹੜੀ ਸਾਡੇ ਕੋਲ ਜਿਹੜੀ ਆ ਵੈਲਿਊ ਜਿਹੜੀ ਸੋਲੂਸ਼ਨ ਜਿਹੜਾ ਆ ਜਾਏਗਾ। ਤਾਂ ਐਗਜ਼ਾਮਪਲ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਇਸ ਨੂੰ ਕਿਸ ਪ੍ਰੋਪਰਟੀ ਨੂੰ ਯੂਜ਼ ਕਰਕੇ ਉਹਦਾ ਹੱਲ ਕਰ ਸਕਦੇ ਹਾਂ। ਐਗਜ਼ਾਮਪਲ ਆ ਸਾਡੇ ਕੋਲ ਕਹਿੰਦੇ ਵੀ ਇਫ z-1 ਡਿਵਾਈਡਡ ਬਾਈ z+1 ਇਜ਼ ਪਿਓਰਲੀ ਇਮੈਜਿਨਰੀ। ਸਾਨੂੰ ਇਹ ਗਿਵਨ ਹੈ ਕਿ ਜਿਹੜਾ z-1 ਡਿਵਾਈਡਡ ਬਾਈ z+1 ਹੈ ਉਹ ਪਿਓਰਲੀ ਇਮੈਜਿਨਰੀ ਨੰਬਰ ਹੈ। ਅਗਰ ਤੇ ਕਹਿ ਦਿੱਤਾ ਗਿਆ ਕਿ ਜਿਹੜਾ z ਹੈ ਉਹ ਸਾਡੇ ਕੋਲ -1 ਨਹੀਂ ਹੋਣਾ ਚਾਹੀਦਾ ਕਿਉਂਕਿ ਅਗਰ z-1 ਹੋ ਗਿਆ ਰਾਜੇ ਇੱਥੇ ਤਾਂ ਡਿਨੋਮੀਨੇਟਰ ਦੇ ਵਿੱਚ 0 ਬਣ ਜਾਵੇਗਾ, ਨਾਟ ਡਿਫਾਈਨਡ ਹੋ ਜਾਏਗਾ। ਤਾਂ ਉਹ ਕਹਿੰਦੇ z ਜਿਹੜਾ -1 ਦੇ ਇਕੁਅਲ ਨਹੀਂ ਹੋਣਾ ਚਾਹੀਦਾ ਤਾਂ ਦੈਨ z ਦਾ ਜਿਹੜਾ ਮੋਡੂਲਸ ਆ ਉਹ ਇਕੁਅਲ ਟੂ ਹੋਵੇਗਾ ਕਿਸ ਦੇ। ਤਾਂ ਇਸ ਦਾ ਸੋਲੂਸ਼ਨ ਕਿਸ ਤਰ੍ਹਾਂ ਹੋਵੇਗਾ ਉਹ ਦੇਖ ਲੈਂਦੇ ਹਾਂ। ਸਾਨੂੰ ਜਿਹੜਾ ਗਿਵਨ ਹੈ ਰਾਜੇ ਉਹ ਹੈ ਕਿ z-1 ਡਿਵਾਈਡਡ ਬਾਈ z+1 ਸਾਨੂੰ ਕੀ ਗਿਵਨ ਹੈ ਪਿਓਰਲੀ ਇਮੈਜਿਨਰੀ ਜਿਹੜਾ ਆਲਰੇਡੀ ਦੇ ਰੱਖਿਆ ਹੈਗਾ। ਤਾਂ ਮੈਂ ਰਾਜੇ ਇਸ ਕੁਐਸਚਨ ਦਾ ਹੱਲ ਜਿਹੜਾ ਇੱਕ ਮੈਥਡ ਨਾਲ ਕਰਾਂਗਾ, ਦੂਸਰੇ ਮੈਥਡ ਨਾਲ ਤੁਸੀਂ ਖੁਦ ਕਰਨਾ ਹੈ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਤੁਹਾਡਾ ਆਨਸਰ ਸੇਮ ਆਇਆ ਜਾਂ ਡਿਫਰੈਂਟ ਆਇਆ। ਤਾਂ ਸਾਨੂੰ ਸਭ ਤੋਂ ਪਹਿਲਾਂ ਗਿਵਨ ਹੈ ਕਿ z-1 ਡਿਵਾਈਡਡ ਬਾਈ z+1 ਪਿਓਰਲੀ ਇਮੈਜਿਨਰੀ ਨੰਬਰ ਹੈ ਤਾਂ ਮੈਂ ਮੈਥਡ ਜਿਹੜਾ ਉਹ 1 ਯੂਜ਼ ਕਰਾਂਗਾ। ਮੈਥਡ 1 ਕੀ ਕਹਿੰਦਾ ਸਾਡੇ ਕੋਲ ਕਹਿੰਦਾ ਜੇ z-1 ਡਿਵਾਈਡਡ ਬਾਈ z+1 ਪਿਓਰਲੀ ਇਮੈਜਿਨਰੀ ਹੈ ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ। ਅਸੀਂ ਕੀ ਕਹਾਂਗੇ ਜਿਹੜਾ ਗਿਵਨ ਸਾਡੇ ਕੋਲ ਕੰਪਲੈਕਸ ਨੰਬਰ ਹੈ ਉਹਦਾ ਕੰਜੂਗੇਟ ਕਰ ਦਿਓ, ਕੰਜੂਗੇਟ ਕਰਕੇ ਉਹਨੂੰ ਬਰਾਬਰ ਰੱਖ ਦਿਓ ਕਿਸ ਦੇ ਉਸੇ ਦੇ ਮਾਈਨਸ ਦੇ ਇਕੁਅਲ। ਤਾਂ ਜਿਹੜਾ ਗਿਵਨ ਸਾਡੇ ਕੋਲ ਕੰਪਲੈਕਸ ਨੰਬਰ ਆ ਉਹ z-1 ਬਾਈ z+1 ਉਹਦਾ ਕੰਜੂਗੇਟ ਕਰਕੇ ਉਹਨੂੰ ਇਕੁਅਲ ਰੱਖ ਦਿੱਤਾ ਮਾਈਨਸ ਉਸੇ ਦੇ ਹੀ z-1 ਡਿਵਾਈਡਡ ਬਾਈ z+1 ਦੇ। ਤਾਂ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਕੰਜੂਗੇਟ ਦੀ ਪ੍ਰੋਪਰਟੀ ਨੂੰ ਯੂਜ਼ ਕਰਾਂਗੇ ਜੋ ਅਸੀਂ ਅੱਗੇ ਜਾ ਕੇ ਪੜਾਂਗੇ ਪ੍ਰੋਪਰਟੀ ਇਸੇ ਲੈਕਚਰ ਦੇ ਵਿੱਚ। ਉਹ ਪ੍ਰੋਪਰਟੀ ਕੀ ਕਹਿੰਦੀ ਹੈ ਕਿ ਅਗਰ ਤੁਹਾਡੇ ਕੋਲ ਦੋ ਕੰਪਲੈਕਸ ਨੰਬਰ ਨੇ z1 z2 ਤੇ ਉਹਨਾਂ ਦਾ ਅਸੀਂ ਅਗਰ ਕੰਜੂਗੇਟ ਕਰ ਦਈਏ ਤਾਂ ਉਹ ਬਰਾਬਰ ਹੁੰਦਾ z1 ਦੇ ਕੰਜੂਗੇਟ ਦੇ ਡਿਵਾਈਡਡ ਬਾਈ z2 ਦੇ ਕੰਜੂਗੇਟ ਦੇ। ਤਾਂ ਇਸੇ ਪ੍ਰੋਪਰਟੀ ਦੀ ਵਰਤੋਂ ਅਸੀਂ ਜਿਹੜੀ ਹੈ ਉਹ ਇਸ ਕੁਐਸਚਨ ਦੇ ਵਿੱਚ ਕਰਾਂਗੇ। ਤਾਂ ਅਸੀਂ ਰਾਜੇ ਇਸ ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ ਇੰਪਲਾਈਜ਼ ਐਂਡ ਇੰਪਲਾਈਡ ਬਾਈ ਤਾਂ z-1 ਦਾ ਕੰਜੂਗੇਟ ਡਿਵਾਈਡਡ ਬਾਈ z+1 ਦਾ ਕੰਜੂਗੇਟ ਤੇ ਇੱਧਰ ਕਿੰਨਾ ਆ ਜਾਏਗਾ ਮਾਈਨਸ ਆਫ z-1 ਡਿਵਾਈਡਡ ਬਾਈ z+1 ਦੇ। ਹੁਣ ਰਾਜੇ ਸਾਨੂੰ ਪਤਾ ਹੈ ਕਿ ਅਸੀਂ ਜਿਹੜਾ ਹੈ z ਨੂੰ ਕੀ ਸਪੋਜ਼ ਕਰਦੇ ਹੁੰਦੇ ਹਾਂ, z ਨੂੰ ਸਪੋਜ਼ ਕਰਦੇ ਹੁੰਦੇ ਹਾਂ x ਪਲਸ ਆਈਟਾ y ਦੇ ਇਕੁਅਲ ਸਪੋਜ਼ ਕਰਦੇ ਹੁੰਦੇ ਹਾਂ। ਇੱਥੇ ਰਾਜੇ ਇੱਕ ਇੰਪੋਰਟੈਂਟ ਗੱਲ ਜਿਹੜੀ ਆ ਤੁਹਾਨੂੰ ਨੋਟ ਕਰਵਾਉਣੀ ਚਾਹੁੰਦਾ ਹੈ ਕਿ ਸਾਡੇ ਕੋਲ ਕੋਈ ਵੀ ਕੁਐਸਚਨ ਇਹੋ ਜਿਹਾ ਆ ਜੇ ਜਿਸ 'ਚ ਕੰਪਲੈਕਸ ਨੰਬਰ ਦੇ ਵਿੱਚ ਸਾਨੂੰ ਸਮਝ ਨਹੀਂ ਆ ਰਿਹਾ ਹੋਵੇ ਕਿ ਕੀ ਕਰਨਾ ਹੈ ਜਾਂ ਸਾਨੂੰ ਪਤਾ ਨਾ ਹੋਵੇ ਕਿ ਕਿਸ ਤਰ੍ਹਾਂ ਕੁਐਸਚਨ ਹੋ ਕੇ ਕਰਨਾ ਹੈ ਜਾਂ ਫਿਰ ਕੁਝ ਕੁਐਸਚਨ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜਾ ਉਹ z x + ਆਈਟਾ y ਸਬਸਟੀਟਿਊਟ ਕਰਨਾ ਹੀ ਪੈਂਦਾ ਹੈ। ਤਾਂ ਰਾਜੇ z ਨੂੰ ਜਿਹੜਾ x + ਆਈਟਾ y ਜਿਹੜਾ ਤੁਸੀਂ ਸਬਸਟੀਟਿਊਟ ਕਰ ਦਿਆ ਕਰੋ ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਆਨਸਰ ਆ ਜਾਵੇਗਾ। ਤਾਂ z ਨੂੰ ਅਸੀਂ x + ਆਈਟਾ y ਜਿਹੜਾ ਹੈ ਉਹ ਇਸ ਐਕਸਪ੍ਰੈਸ਼ਨ ਦੇ ਵਿੱਚ ਅਗਰ ਸਬਸਟੀਟਿਊਟ ਕਰ ਦਈਏ ਤਾਂ ਸਾਡੇ ਕੋਲ ਕੀ ਆ ਜਾਵੇਗਾ, ਸਾਡੇ ਕੋਲ ਆ ਜਾਵੇਗਾ x + ਆਈਟਾ y -1 ਦਾ ਕੰਜੂਗੇਟ ਡਿਵਾਈਡਡ ਬਾਈ x + ਆਈਟਾ y +1 ਦਾ ਕੰਜੂਗੇਟ ਬਰਾਬਰ ਕਿਹਦੇ ਹੈ, ਬਰਾਬਰ ਹੈ ਸਾਡੇ ਕੋਲ ਮਾਈਨਸ ਆਫ x + ਆਈਟਾ y -1 ਡਿਵਾਈਡਡ ਬਾਈ x + ਆਈਟਾ y +1 ਦੇ। ਤਾਂ ਅਸੀਂ ਜਸਟ ਕੀ ਕੀਤਾ z ਦੀ ਜਗ੍ਹਾ ਤੇ ਸਬਸਟੀਟਿਊਟ ਕਰ ਦਿੱਤਾ x + ਆਈਟਾ y ਨੂੰ। ਤਾਂ ਰਾਜੇ ਸਾਡੇ ਕੋਲ ਕੀ ਬਣ ਗਿਆ ਇੰਪਲਾਈਜ਼ ਐਂਡ ਇੰਪਲਾਈਡ ਬਾਈ। ਪਹਿਲਾਂ ਅਸੀਂ ਕੀ ਕਰਾਂਗੇ ਅਸੀਂ ਇਸ ਨੂੰ ਥੋੜ੍ਹਾ ਜਿਹਾ ਜਿਹੜਾ ਰੀਅਲ ਪਾਰਟ ਤੇ ਇਮੈਜਨਰੀ ਪਾਰਟ ਵੱਖ ਕਰਕੇ ਲਿਖ ਲਾਂਗੇ। ਤਾਂ ਅਸੀਂ ਕੀ ਕਰਾਂਗੇ ਸਾਨੂੰ ਪਤਾ x ਦੇ ਨਾਲ -1 ਲਿਖ ਸਕਦੇ ਹਾਂ ਕਿਉਂਕਿ ਇਹ ਦੋਨੇ ਰੀਅਲ ਨੇ ਤੇ ਆਈਟਾ y ਨਾਲ ਲੱਗਿਆ ਤੇ ਇਮੈਜਨਰੀ ਐਡ ਕਰਤਾ ਤੇ ਇਹਨਾਂ ਉੱਤੇ ਕੰਜੂਗੇਟ ਐਜ਼ ਇਟ ਇਜ਼ ਹੀ ਲਿਖ ਰਹਿਣ ਦਿੱਤਾ। ਨੀਚੇ ਸਾਡੇ ਕੋਲ ਕੀ ਬਣ ਜੂਗਾ ਰਾਜੇ ਇੱਥੇ ਨੀਚੇ ਕੀ ਬਣ ਜਾਏਗਾ ਤਾਂ x ਨਾਲ ਅਸੀਂ ਕੀ ਲਿਖਤਾ
ਪਲੱਸ ਨਾਲ ਲਾ ਦਿੱਤਾ ਤੇ ਪਲੱਸ ਆਇਟਾ ਵਾਈ ਜਿਹੜਾ ਅਲੱਗ ਲਿਖ ਦਿੱਤਾ ਤੇ ਉਹਨਾਂ ਦਾ ਕੀ ਆਪਣੇ ਕੋਲ ਕੰਜੂਗੇਟ ਬਰਾਬਰ ਹੈ ਮਾਈਨਸ। ਤੇ ਇਸ ਤਰਫ ਵੀ ਅਸੀਂ ਕੀ ਕਰ ਸਕਦੇ ਹਾਂ, -1 ਨੂੰ x ਦੇ ਨਾਲ ਲਿਖ ਦਿੱਤਾ ਤੇ ਪਲੱਸ ਆਇਟਾ ਵਾਈ ਜਿਹੜਾ ਇਮੈਜਿਨਰੀ ਪਾਰਟ ਅਲੱਗ ਲਿਖ ਦਿੱਤਾ। ਨੀਚੇ ਸਾਡੇ ਕੋਲ ਕਿੰਨਾ ਆ ਗਿਆ, x ਪਲੱਸ ਆਇਟਾ ਵਾਈ, ਇਸ ਟਰਮ ਦੀ ਗੱਲ ਕਰ ਰਹੇ ਹਾਂ, x+1 ਪਲੱਸ ਆਇਟਾ ਵਾਈ। ਤਾਂ ਜੇ ਸਾਡੇ ਕੋਲ ਜਸਟ ਅਸੀਂ ਕੀ ਕੀਤਾ ਹੈ, ਅਸੀਂ z ਦੇ ਬਰਾਬਰ z ਦੀ ਵੈਲਿਊ ਜਿਹੜੀ ਹੈ ਉਹ x ਪਲੱਸ ਆਇਟਾ ਵਾਈ ਸਬਸਟੀਟਿਊਟ ਕੀਤੀ ਹੈ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਰੀਅਰੇਂਜ ਕਰਕੇ ਲਿਖਿਆ ਰੀਅਲ ਪਾਰਟ ਤੇ ਇਮੈਜਿਨਰੀ ਪਾਰਟ ਨੂੰ। ਤਾਂ ਅਸੀਂ ਹੁਣ ਕੀ ਕਰਾਂਗੇ, ਹੁਣ ਅਸੀਂ ਇਸ ਨੂੰ ਲਿਖ ਲੈਣੇ ਇੱਕ ਵਾਰ ਸਾਈਡ ਤੇ, x-1 ਪਲੱਸ ਆਇਟਾ ਵਾਈ ਦਾ ਕੰਜੂਗੇਟ ਡਿਵਾਈਡਡ ਬਾਈ x+1 ਪਲੱਸ ਆਇਟਾ ਵਾਈ ਦਾ ਕੰਜੂਗੇਟ ਇਜ਼ ਇਕੁਅਲ ਟੂ ਕਿਸ ਦੇ ਸਾਡੇ ਕੋਲ ਮਾਈਨਸ ਆਫ x-1 ਪਲੱਸ ਆਇਟਾ ਵਾਈ ਡਿਵਾਈਡਡ ਬਾਈ x+1 ਪਲੱਸ ਆਇਟਾ ਵਾਈ ਦੇ। ਤਾਂ ਰਾਜੇ ਸਾਡੇ ਕੋਲ ਇਹ ਜਿਹੜਾ ਹੈ ਆ ਗਿਆ ਸੋਲਵ ਕਰਨ ਤੋਂ ਬਾਅਦ। ਹੁਣ ਰਾਜੇ ਅਸੀਂ ਕੀ ਕਰਾਂਗੇ, ਹੁਣ ਕੀ ਕਰਾਂਗੇ, ਕੰਜੂਗੇਟ ਜਿਹੜਾ ਉਹਨੂੰ ਸੋਲਵ ਕਰਾਂਗੇ। ਸਾਨੂੰ ਪਤਾ ਹੈ ਕੰਜੂਗੇਟ ਦਾ ਕੀ ਕੰਮ ਹੁੰਦਾ ਹੈ, ਕੰਜੂਗੇਟ ਦਾ ਕੰਮ ਹੁੰਦਾ ਹੈ ਕਿ ਜਿਹੜਾ ਆਇਟਾ ਹੈ ਉਹਦਾ ਸਾਈਨ ਚੇਂਜ ਕਰਕੇ ਲਿਖ ਦੇਣਾ। ਤਾਂ ਅਸੀਂ ਕੀ ਕਰਾਂਗੇ, ਇੰਪਲਾਈਜ਼ ਐਂਡ ਇੰਪਲੋਇਡ ਬਾਈ, ਅਸੀਂ ਕੰਜੂਗੇਟ ਨੂੰ ਜਿਹੜਾ ਸੋਲਵ ਕਰ ਲਾਂਗੇ। ਇੱਥੇ ਜਿਹੜਾ ਆਇਟਾ ਹੈ, ਆਇਟਾ ਇਹਦੇ ਨਾਲ ਜਿਹੜਾ ਪਲੱਸ ਦਾ ਸਾਈਨ ਹੈ ਮਾਈਨਸ ਹੋ ਜਾਏਗਾ, ਨੀਚੇ ਆਇਟਾ ਇਹਦੇ ਨਾਲ ਜਿਹੜਾ ਪਲੱਸ ਦਾ ਸਾਈਨ ਹੈ ਉਹ ਮਾਈਨਸ ਹੋ ਜਾਏਗਾ। ਇਹੀ ਕੰਜੂਗੇਟ ਦਾ ਕੰਮ ਹੈ। ਤਾਂ ਅਸੀਂ ਕੀ ਕਰਾਂਗੇ, x-1 ਤੇ ਇੱਥੇ ਕੀ ਲਿਖਾਂਗੇ, ਮਾਈਨਸ ਆਇਟਾ ਵਾਈ ਡਿਵਾਈਡਡ ਬਾਈ x+1 ਮਾਈਨਸ ਆਇਟਾ ਵਾਈ ਕਿਹਦੇ ਬਰਾਬਰ ਹੈ, ਮਾਈਨਸ ਆਫ x-1 ਪਲੱਸ ਆਇਟਾ ਵਾਈ ਡਿਵਾਈਡਡ ਬਾਈ x+1 ਪਲੱਸ ਆਇਟਾ ਵਾਈ ਦੇ। ਹੁਣ ਕੀ ਕਰਾਂਗੇ ਰਾਜੇ, ਹੁਣ ਅਸੀਂ ਕੀ ਕਰਾਂਗੇ, ਇਹਨਾਂ ਨੂੰ ਕ੍ਰਾਸ ਮਲਟੀਪਲਾਈ ਕਰਾਂਗੇ। ਤਾਂ ਅਸੀਂ ਇਸ ਨੂੰ ਕ੍ਰਾਸ ਮਲਟੀਪਲਾਈ ਕਰਾਂਗੇ ਇਹਨਾਂ ਦੋਨਾਂ ਟਰਮਸ ਨੂੰ, ਤਾਂ ਕੀ ਆ ਜਾਵੇਗਾ ਸਾਡੇ ਕੋਲ, x-1 ਮਾਈਨਸ ਆਇਟਾ ਵਾਈ ਨੂੰ ਮਲਟੀਪਲਾਈ ਹੋ ਜਾਵੇਗਾ ਕਿਸ ਨਾਲ, x+1 ਪਲੱਸ ਆਇਟਾ ਵਾਈ ਦੇ ਨਾਲ ਇਜ਼ ਇਕੁਅਲ ਟੂ, ਮਾਈਨਸ ਨੂੰ ਅਸੀਂ ਉਸੇ ਤਰ੍ਹਾਂ ਲਿਖ ਲਿਆ, x-1 ਪਲੱਸ ਆਇਟਾ ਵਾਈ ਕਿਸ ਨਾਲ ਮਲਟੀਪਲਾਈ ਹੋ ਜਾਵੇਗਾ, x+1 ਮਾਈਨਸ ਆਇਟਾ ਵਾਈ ਦੇ ਨਾਲ ਮਲਟੀਪਲਾਈ ਕਰ ਦੇਵਾਂਗੇ। ਹੁਣ ਅਸੀਂ ਬ੍ਰੈਕਟ ਨੂੰ ਜਦੋਂ ਓਪਨ ਕਰਾਂਗੇ ਤਾਂ ਸਾਡੇ ਕੋਲ ਆ ਜਾਵੇਗਾ x² ਮਾਈਨਸ 1 ਪਲੱਸ ਆਇਟਾ ਐਕਸ ਵਾਈ ਮਾਈਨਸ ਆਇਟਾ ਵਾਈ ਮਾਈਨਸ ਆਇਟਾ ਐਕਸ ਵਾਈ ਮਾਈਨਸ ਆਇਟਾ ਵਾਈ प्लस वाई स्केयर इज इक्वल टू है माइनस ऑफ एक्स स्केयर माइनस 1 माइनस आयटा एक्स वाई प्लस आयटा वाई दे प्लस आयटा एक्स वाई प्लस आयटा वाई प्लस वाई स्केयर दे। ਜਦੋਂ ਅਸੀਂ ਮਾਈਨਸ ਨੂੰ ਓਪਨ ਕਰਾਂਗੇ ਤਾਂ ਰਾਜੇ ਸਾਡੇ ਕੋਲ ਕੈਂਸਲ ਹੋ ਕੇ ਕੀ ਬਚੇਗਾ, ਕੈਂਸਲ ਆਊਟ ਕਰਕੇ ਮੈਂ ਕੈਲਕੂਲੇਸ਼ਨ ਜਿਹੜੀ ਹੈ ਸੋਲਵ ਕਰਕੇ ਡਾਇਰੈਕਟ ਲਿਖ ਰਿਹਾ, ਤੁਸੀਂ ਇਸ ਨੂੰ ਸੋਲਵ ਵੀ ਕਰ ਸਕਦੇ ਹੋ। ਤਾਂ ਸਾਡੇ ਕੋਲ ਬਚੇਗਾ ਐਕਸ ਸਕੁਅਰ ਮਾਈਨਸ 1 ਮਾਈਨਸ 2 ਐਕਸ ਸਕੁਅਰ ਮਾਈਨਸ 1 ਮਾਈਨਸ 2 ਆਇਟਾ ਵਾਈ ਪਲਸ ਵਾਈ ਸਕੁਅਰ ਇਜ਼ ਇਕੁਅਲ ਟੂ ਹੈ ਮਾਈਨਸ ਐਕਸ ਸਕੁਅਰ ਪਲਸ 1 ਮਾਈਨਸ 2 ਆਇਟਾ ਵਾਈ ਮਾਈਨਸ ਵਾਈ ਸਕੁਅਰ ਦੇ। ਮਾਈਨਸ 2 ਆਇਟਾ ਵਾਈ ਮਾਈਨਸ 2 ਆਇਟਾ ਵਾਈ ਫਰਦਰ ਜਿਹੜਾ ਸਾਡੇ ਕੋਲ ਕੈਂਸਲ ਆਊਟ ਹੋ ਗਿਆ ਅਤੇ ਇਸ ਨੂੰ ਰੀਅਰੇਂਜ ਕਰਕੇ ਕਿਸ ਤਰ੍ਹਾਂ ਲਿਖ ਸਕਦੇ ਹਾਂ, ਐਕਸ ਸਕੁਅਰ ਪਲਸ ਐਕਸ ਸਕੁਅਰ ਪਲਸ ਵਾਈ ਸਕੁਅਰ ਪਲਸ ਵਾਈ ਸਕੁਅਰ ਇਜ਼ ਇਕੁਅਲ ਟੂ 2 ਦੇ। ਤਾਂ ਇਹ ਬਣ ਜਾਵੇਗਾ ਸਾਡੇ ਕੋਲ 2x ਸਕੁਅਰ ਪਲਸ 2y ਸਕੁਅਰ ਬਰਾਬਰ ਹੈ 2 ਦੇ। ਸਾਡੇ ਕੋਲ ਆ ਜਾਵੇਗਾ ਐਕਸ ਸਕੁਅਰ ਪਲਸ ਵਾਈ ਸਕੁਅਰ ਬਰਾਬਰ ਹੈ 1 ਦੇ ਆ ਜਾਵੇਗਾ। ਇਸ ਨੂੰ ਅਸੀਂ ਐਕਸਪ੍ਰੈਸ਼ਨ 2 ਜਿਹੜਾ ਨਾਮ ਦੇ ਦਿੰਦੇ ਹਾਂ। ਅਸੀਂ ਆਲਰੇਡੀ ਡਿਸਕਸ ਕੀਤਾ ਸੀ ਕੰਸੈਪਟ ਆਫ ਮੋਡੂਲਸ ਦਾ। ਕੰਸੈਪਟ ਆਫ ਮੋਡੂਲਸ ਦੇ ਵਿੱਚ ਅਸੀਂ ਜਿਹੜਾ ਪੜ੍ਹਿਆ ਸੀਗਾ ਕਿ ਜਿਹੜਾ ਸਾਡੇ ਕੋਲ ਮੋਡੂਲਸ ਹੁੰਦਾ ਹੈ ਕਿਸੇ ਵੀ ਕੰਪਲੈਕਸ ਨੰਬਰ ਦਾ, ਉਹ ਬਰਾਬਰ ਹੁੰਦਾ ਰੀਅਲ ਪਾਰਟ ਦਾ ਸਕੇਅਰ ਪਲਸ ਵਾਈ ਇਮੈਜਨਰੀ ਪਾਰਟ ਦਾ ਸਕੇਅਰ ਅਤੇ ਉਹਦਾ ਸਕੇਅਰ ਰੂਟ। ਤਾਂ ਜ਼ੈਡ ਮੋਡੂਲਸ ਸਾਡੇ ਕੋਲ ਬਰਾਬਰ ਹੁੰਦਾ ਹੈ ਸਕੇਅਰ ਰੂਟ ਆਫ ਐਕਸ ਸਕੇਅਰ ਪਲਸ ਵਾਈ ਸਕੇਅਰ ਦੇ। ਅਗਰ ਅਸੀਂ ਸਕੇਅਰਿੰਗ ਕਰ ਦਈਏ ਦੋਨੋਂ ਸਾਈਡ 'ਤੇ ਸਾਡੇ ਕੋਲ ਕੀ ਬਚ ਜਾਏਗਾ, ਐਕਸ ਸਕੇਅਰ ਪਲਸ ਵਾਈ ਸਕੇਅਰ ਆ ਜਾਏਗਾ। ਤਾਂ ਜੀ ਅਸੀਂ ਅਗਰ ਐਕਸਪ੍ਰੈਸ਼ਨ 2 ਦੇ ਵਿੱਚ ਇਸ ਜਗ੍ਹਾ 'ਤੇ ਐਕਸ ਸਕੇਅਰ ਪਲਸ ਵਾਈ ਸਕੇਅਰ ਦੀ ਜਗ੍ਹਾ 'ਤੇ ਕੀ ਲਿਖ ਸਕਦੇ ਹਾਂ, ਤਾਂ ਅਸੀਂ ਲਿਖ ਸਕਦੇ ਹਾਂ ਮੋਡ ਆਫ ਜ਼ੈਡ ਦਾ ਸਕੇਅਰ, ਮੋਡੂਲਸ ਆਫ ਜ਼ੈਡ ਦਾ ਸਕੇਅਰ ਬਰਾਬਰ ਹੈ ਕਿਹਦੇ,
1 ਦੇ ਇਕੁਅਲ ਆ ਜਾਏਗਾ। ਹੁਣ ਰਾਜੇ ਅਸੀਂ ਇੱਥੇ ਕੀ ਕਰਾਂਗੇ, ਸਕੁਅਰ ਰੂਟ ਲੈ ਲਾਂਗੇ ਦੋਨਾਂ ਸਾਈਡ ਤੇ, ਤਾਂ ਸਾਡੇ ਕੋਲ z ਕਿਹਦੇ ਬਰਾਬਰ ਆ ਜਾਏਗਾ, 1 ਦੇ ਇਕੁਅਲ ਆ ਜਾਏਗਾ। ਤੁਸੀਂ ਸੋਚ ਰਹੇ ਹੋਵੋਗੇ ਕਿ ਜਦੋਂ ਵੀ ਅਸੀਂ ਸਕੁਅਰ ਰੂਟ ਕਰਦੇ ਹਾਂ, ਸਪੋਜ਼ ਅਸੀਂ ਕੀ ਕਰਾਂਗੇ 4 ਦਾ ਸਕੁਅਰ ਰੂਟ ਕਰਾਂਗੇ ਤਾਂ ਅਸੀਂ ਉਸ ਨੂੰ +-2 ਦੇ ਇਕੁਅਲ ਲਿਖਦੇ ਹੁੰਦੇ ਹਾਂ। ਲੇਕਿਨ ਇਸ ਕੇਸ ਦੇ ਵਿੱਚ ਅਸੀਂ ਜਦੋਂ z ਦਾ 1 ਦਾ ਜਿਹੜਾ ਸਕੁਅਰ ਰੂਟ ਕੀਤਾ ਹੈ ਇੱਥੇ, ਤਾਂ ਅਸੀਂ ਇੱਥੇ ਜਿਹੜਾ ਹੈ +-1 ਕਿਉਂ ਨਹੀਂ ਲਿੱਤਾ, ਸਿਰਫ +1 ਹੀ ਕਿਉਂ ਲਿੱਤਾ, ਕਿਉਂਕਿ ਰਾਜੇ ਜਿਹੜਾ ਮੋਡੂਲਸ ਹੁੰਦਾ ਹੈ ਸਾਡੇ ਕੋਲ ਕੀ ਹੁੰਦਾ ਹੈ, ਇਹ ਨੈਗੇਟਿਵ ਜਿਹੜਾ ਨਹੀਂ ਹੁੰਦਾ, ਨੋਨ ਨੈਗੇਟਿਵ ਜਿਹੜਾ ਮੋਡੂਲਸ ਹੁੰਦਾ ਹੈ। ਇਸੇ ਕਰਕੇ ਜਿਹੜੀ z ਦਾ ਮੋਡੂਲਸ ਹੈ ਉਹਦੀ ਵੈਲਿਊ ਜਿਹੜੀ ਕਿੰਨੀ ਆ ਗਈ, 1। ਇਹੀ ਸਾਨੂੰ ਜਿਹੜਾ ਕੁਐਸਚਨ ਦੇ ਵਿੱਚ ਕੱਢਣ ਲਈ ਪੁੱਛਿਆ ਗਿਆ ਸੀ। ਤਾਂ ਇਹ ਜਿਹੜਾ ਹੈ ਮੈਂ ਮੈਥਡ ਜਿਹੜਾ 1 ਯੂਜ਼ ਕੀਤਾ, ਤੁਸੀਂ ਮੈਥਡ ਜਿਹੜਾ 2 ਯੂਜ਼ ਕਰਨਾ ਹੈ। ਮੈਂ ਥੋੜ੍ਹਾ ਬਹੁਤ ਤੁਹਾਨੂੰ ਮੈਥਡ 2 ਬਾਰੇ ਵੀ ਦੱਸ ਦਿੰਦਾ। ਮੈਥਡ 2 ਦੇ ਵਿੱਚ ਅਸੀਂ ਸਾਨੂੰ ਕੀ ਕਰਨ ਵਾਸਤੇ ਕਿਹਾ ਸੀ, ਮੈਥਡ 2 ਸੀਗਾ ਕਿ ਜੇ ਅਗਰ ਸਾਡੇ ਕੋਲ ਕੋਈ ਵੀ ਕੰਪਲੈਕਸ ਨੰਬਰ ਪਿਓਰਲੀ ਇਮੈਜਨਰੀ ਗਿਵਨ ਹੈ ਤਾਂ ਅਸੀਂ ਕਹਾਂਗੇ ਵੀ ਉਹਦਾ ਜਿਹੜਾ ਰੀਅਲ ਪਾਰਟ ਹੈ ਉਹ ਕਿਹਦੇ ਬਰਾਬਰ ਹੈ, 0 ਦੇ। ਕਿਹਾ ਸੀਗਾ ਵੀ x ਨੂੰ 0 ਲਿਖ ਲਓ, x ਆਪਣੇ ਕੋਲ ਕੀ ਹੈ, ਰੀਅਲ ਪਾਰਟ ਨੂੰ ਹੀ ਰਿਪਰੈਜ਼ੈਂਟ ਕਰ ਰਿਹਾ, ਤਾਂ ਅਸੀਂ ਉਸ ਦਾ ਰੀਅਲ ਤੇ ਇਮੈਜਨਰੀ ਪਾਰਟ ਜਿਹੜਾ ਕੰਪਲੈਕਸ ਨੰਬਰ ਦਾ ਵੱਖ-ਵੱਖ ਕਰ ਲਾਂਗੇ। ਵੱਖ-ਵੱਖ ਕਰਨ ਤੋਂ ਬਾਅਦ ਅਸੀਂ ਰੀਅਲ ਪਾਰਟ ਨੂੰ ਇਕੁਅਲ ਟੂ 0 ਰੱਖ ਲਾਂਗੇ, ਤਾਂ ਆਨਸਰ ਸਾਡੇ ਕੋਲ ਆ ਜਾਵੇਗਾ। ਤਾਂ ਸਾਨੂੰ ਜਿਹੜਾ ਗਿਵਨ ਸੀਗਾ ਕਿ z-1/z+1 ਜਿਹੜਾ ਸਾਡੇ ਕੋਲ, ਇਹ ਸਾਨੂੰ ਕੀ ਸੀਗਾ, ਪਿਓਰਲੀ ਇਮੈਜਨਰੀ ਗਿਵਨ ਸੀਗਾ, ਪਿਓਰਲੀ ਇਮੈਜਨਰੀ ਗਿਵਨ ਸੀ। ਤਾਂ ਅਸੀਂ ਇੱਥੋਂ ਕੀ ਕਹਿ ਸਕਦੇ ਹਾਂ, ਇੱਥੋਂ ਕਹਿ ਸਕਦੇ ਹਾਂ ਕਿ ਇਹਦਾ ਜਿਹੜਾ ਰੀਅਲ ਪਾਰਟ ਹੋਵੇਗਾ z-1/z+1 ਦਾ, ਉਹ ਕਾਹਦੇ ਬਰਾਬਰ ਹੋਵੇਗਾ, 0 ਦੇ ਇਕੁਅਲ ਹੋਵੇਗਾ। ਲੇਕਿਨ ਹਜੇ ਸਾਨੂੰ ਇਹਦਾ ਜਿਹੜਾ ਰੀਅਲ ਪਾਰਟ ਹੈ ਉਹ ਨਹੀਂ ਪਤਾ, ਸਾਨੂੰ ਅਲੱਗ-ਅਲੱਗ ਕਰਨਾ ਪੈਣਾ ਹੈ। ਤਾਂ ਅਲੱਗ-ਅਲੱਗ ਕਰਨ ਵਾਸਤੇ ਅਸੀਂ ਕੀ ਕਰਾਂਗੇ ਰਾਜੇ, ਸਾਨੂੰ ਪਤਾ ਹੈ ਕਿ z ਦੀ ਵੈਲਿਊ ਜਿਹੜੀ ਆ ਉਹ ਕੀ ਪੁੱਟ ਕਰ ਸਕਦੇ ਹਾਂ, x + i/y ਪੁੱਟ ਕਰ ਸਕਦੇ ਹਾਂ। ਤਾਂ ਤੁਸੀਂ ਇੱਥੇ z ਦੀ ਵੈਲਿਊ x + i/y ਪੁੱਟ ਕਰੋ, ਨੀਚੇ ਵੀ z ਦੀ ਵੈਲਿਊ x + i/y ਪੁੱਟ ਕਰੋ। ਜਦੋਂ ਤੁਸੀਂ z ਦੀ ਵੈਲਿਊ x + i/y ਸਬਸਟੀਟਿਊਟ ਕੀਤੀ ਤਾਂ ਸਾਡੇ ਕੋਲ ਇਹੋ ਜਿਹਾ ਕੁਝ ਜਿਹੜਾ ਉਹ ਦੇਖਣ ਨੂੰ ਮਿਲੇਗਾ, +1। ਤਾਂ ਇੱਥੇ ਅਸੀਂ ਕੀ ਕਰਾਂਗੇ, x ਦੇ ਨਾਲ -1 ਲਗਾ ਲਿਆ, + i/y ਅਲੱਗ ਲਿਖਤਾ, ਤਾਂ ਕਿ ਰੀਅਲ ਪਾਰਟ ਤੇ ਇਮੈਜਨਰੀ ਪਾਰਟ ਅਸੀਂ ਪਹਿਲਾਂ ਹੀ ਅੱਡ ਕਰ ਲਈਏ, x + i/y। ਰਾਜੇ ਹੁਣ ਅਸੀਂ ਕੀ ਕਰ ਸਕਦੇ ਹਾਂ, ਹੁਣ ਅਸੀਂ ਰੈਸ਼ਨਲਾਈਜ਼ ਕਰ ਸਕਦੇ ਹਾਂ ਇਸ ਨੂੰ। ਜਦੋਂ ਤੁਸੀਂ ਇਸ ਨੂੰ ਰੈਸ਼ਨਲਾਈਜ਼ ਕਰੋਗੇ ਤਾਂ ਤੁਹਾਡੇ ਕੋਲ ਰਾਜੇ ਜਿਹੜਾ ਰੀਅਲ ਪਾਰਟ ਅਲੱਗ ਆ ਜਾਏਗਾ ਤੇ ਆਇਟਾ ਦੇ ਨਾਲ ਵਾਲੀ ਵੈਲਿਊ ਅਲੱਗ ਆ ਜਾਏਗੀ। ਇਹ ਸਾਡੇ ਕੋਲ ਹੋਵੇਗਾ ਰੀਅਲ ਪਾਰਟ ਆਫ ਗਿਵਨ ਕੰਪਲੈਕਸ ਨੰਬਰ, ਇਹ ਸਾਡੇ ਕੋਲ ਹੋਵੇਗਾ ਇਮੈਜਨਰੀ ਪਾਰਟ। ਤਾਂ ਸਾਨੂੰ ਕੁਐਸਚਨ ਦੇ ਵਿੱਚ ਕੀ ਗਿਵਨ ਹੈ ਕਿ ਜਿਹੜਾ ਇਹ ਗਿਵਨ ਕੰਪਲੈਕਸ ਨੰਬਰ ਆ ਪਿਓਰਲੀ ਇਮੈਜਨਰੀ ਹੈ, ਤਾਂ ਇਹਦਾ ਮਤਲਬ ਸਾਡੇ ਕੋਲ ਜਿਹੜੀ x ਦੀ ਵੈਲਿਊ ਹੈ, ਰੀਅਲ ਪਾਰਟ ਦੀ ਵੈਲਿਊ ਹੈ, ਉਸ ਨੂੰ ਅਸੀਂ ਕੀ ਕਰਨਾ ਹੈ, 0 ਦੇ ਇਕੁਅਲ ਸਬਸਟੀਟਿਊਟ ਕਰਨਾ ਹੈ। ਜਦੋਂ ਤੁਸੀਂ ਇਸ ਨੂੰ 0 ਦੇ ਇਕੁਅਲ ਸਬਸਟੀਟਿਊਟ ਕਰ ਦੋਗੇ ਤਾਂ ਤੁਹਾਡੇ ਕੋਲ ਜਿਹੜਾ ਉਹ ਆਨਸਰ ਜਿਹੜਾ ਸਾਨੂੰ ਕੋਲ ਆ ਜਾਵੇਗਾ। ਤੀਜੀ ਪ੍ਰੋਪਰਟੀ ਦੇਖ ਲੈਂਦੇ ਆ ਜੀ। ਤੀਜੀ ਪ੍ਰੋਪਰਟੀ ਸਾਡੇ ਕੋਲ ਹੈ ਕਿ ਜਿਹੜਾ z ਦਾ ਕੰਜੂਗੇਟ ਹੈ ਉਹ ਬਰਾਬਰ ਹੈ z ਦੇ, ਇੰਪਲਾਈਜ਼ ਐਂਡ ਇੰਪਲਾਇਡ ਬਾਈ z ਇਜ਼ ਪਿਓਰਲੀ ਰੀਅਲ। ਇਹਦਾ ਪ੍ਰੂਫ ਦੇਖ ਲੈਂਦੇ ਹਾਂ। ਸਾਨੂੰ ਕਿਹਾ ਕਿ ਜਿਹੜਾ z ਹੈ ਉਹਦਾ ਕੰਜੂਗੇਟ ਬਰਾਬਰ ਹੈ z ਦੇ, ਇੰਪਲਾਈਜ਼ ਐਂਡ ਇੰਪਲਾਇਡ ਬਾਈ ਅਸੀਂ ਕਹਿ ਸਕਦੇ ਹਾਂ ਕਿ z ਬਾਰ -z ਇਜ਼ ਇਕੁਅਲ ਟੂ 0 ਦੇ। z ਨੂੰ ਮੈਂ ਇਸ ਤਰਫ ਲਿਆ ਹੈ। ਹੁਣ ਸਾਨੂੰ ਪਤਾ ਹੈ ਰਾਜੇ ਅਸੀਂ z ਨੂੰ ਕੀ ਸਬਸਟੀਟਿਊਟ ਕਰਦੇ ਹੁੰਦੇ ਹਾਂ, x + i/y ਦੇ ਇਕੁਅਲ, ਤੇ ਜਿਹੜਾ z ਕੰਜੂਗੇਟ ਹੈ ਜਾਂ z ਬਾਰ ਹੈ ਉਹ ਸਾਡੇ ਕੋਲ ਕਿਸ ਦੇ ਇਕੁਅਲ ਆ ਜਾਏਗਾ, ਉਹ ਆ ਜਾਵੇਗਾ x - i/y ਦੇ ਇਕੁਅਲ ਆ ਜਾਏਗਾ। ਇਹਨਾਂ ਦੋਨਾਂ ਵੈਲਿਊਜ਼ ਨੂੰ ਜਿਹੜਾ ਅਸੀਂ ਪਹਿਲੀ ਐਕਸਪ੍ਰੈਸ਼ਨ 'ਚ ਸਬਸਟੀਟਿਊਟ ਕਰ ਦਿੰਦੇ ਹਾਂ ਤਾਂ ਸਾਡੇ ਕੋਲ ਕੀ ਆ ਜਾਵੇਗਾ ਰਾਜੇ, x - i/y ਮਾਈਨਸ ਆਫ x + i/y ਇਜ਼ ਇਕੁਅਲ ਟੂ 0 ਦੇ ਇਕੁਅਲ ਆ ਜਾਏਗਾ। ਤਾਂ ਇਸ ਤੋਂ ਬਾਅਦ ਅਸੀਂ ਕੀ ਕਹਿ ਸਕਦੇ ਹਾਂ, x - i/y ਮਾਈਨਸ ਬ੍ਰੈਕਟ ਓਪਨ ਕਰ ਦਾਂਗੇ, -x - i/y ਇਜ਼ ਇਕੁਅਲ ਟੂ 0 ਦੇ। ਇੱਥੇ ਸਾਡੇ ਕੋਲ x ਨਾਲ x ਸਬ ਜਿਹੜਾ ਉਹ ਕੈਂਸਲ ਆਊਟ ਹੋ ਗਿਆ, ਤੇ ਇੱਥੇ ਕੀ ਆ ਗਿਆ ਆਪਣੇ ਕੋਲ -2i/y ਇਜ਼ ਇਕੁਅਲ ਟੂ ਕਿਸ ਦੇ ਆ ਗਿਆ, 0 ਦੇ। ਤੇ ਇੰਪਲਾਈਜ਼ ਐਂਡ ਇੰਪਲਾਇਡ ਬਾਈ ਅਸੀਂ ਕੀ ਲਿਖ ਸਕਦੇ ਹਾਂ, y ਕਿੰਨਾ ਆ ਗਿਆ ਸਾਡੇ ਕੋਲ, 0 ਦੇ ਇਕੁਅਲ ਆ ਗਿਆ। y 0 ਆਉਣ ਦਾ ਕੀ ਮਤਲਬ ਹੈ, y 0 ਆਉਣ ਦਾ ਮਤਲਬ ਹੈ ਜਿਹੜਾ z ਹੈ ਉਹ ਸਾਡੇ ਕੋਲ ਕੀ ਹੈ, ਪਿਓਰਲੀ ਰੀਅਲ ਹੈ। ਇਹ ਅਸੀਂ ਆਲਰੇਡੀ ਜਿਹੜਾ ਪ੍ਰੋਪਰਟੀਜ਼ ਨੂੰ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਦੀਆਂ ਵੀਡੀਓਜ਼ ਦੇ ਵਿੱਚ। ਤਾਂ ਸਾਡੇ ਕੋਲ ਜੇ ਪ੍ਰੂਫ ਹੋ ਗਿਆ ਵੀ ਜਿਹੜਾ z ਕੰਜੂਗੇਟ ਹੈ ਉਹ ਬਰਾਬਰ ਹੈ z ਦੇ, ਕਦੋਂ, ਜਦੋਂ z ਕੀ ਹੋਵੇਗਾ, ਪਿਓਰਲੀ ਰੀਅਲ ਹੋਵੇਗਾ, ਵਾਈਸਾ ਵਰਸਾ। ਇਸ ਪ੍ਰੋਪਰਟੀ ਨੂੰ ਵੀ ਅਸੀਂ ਦੋ ਤਰੀਕਿਆਂ ਨਾਲ ਪ੍ਰਸ਼ਨ ਨੂੰ ਹੱਲ ਕਰਨ ਦੀ ਵਿੱਚ ਵਰਤੋਂ ਕਰ ਸਕਦੇ ਹਾਂ। ਕਿਸ ਤਰ੍ਹਾਂ, ਪਹਿਲਾ ਮੈਥਡ ਕੀ ਹੋਵੇਗਾ, ਰਾਜੇ, ਪਹਿਲਾ ਮੈਥਡ ਅਗਰ ਤੁਹਾਨੂੰ ਸਟੇਟਮੈਂਟ ਦੇ ਵਿੱਚ ਗਿਵਨ ਹੈ ਕਿ z ਪਿਓਰਲੀ ਰੀਅਲ ਹੈ, ਅਗਰ ਤੁਹਾਨੂੰ ਗਿਵਨ ਹੈ ਤਾਂ ਅਸੀਂ ਕਹਾਂਗੇ ਕਿ ਜਿਹੜਾ z ਦਾ ਜਿਹੜਾ ਕੰਜੂਗੇਟ ਆ ਉਹ ਬਰਾਬਰ ਕਿਹਦੇ ਹੋਵੇਗਾ, +z ਦੇ। ਪਹਿਲਾ ਮੈਥਡ ਇਹ ਹੈ ਵੀ ਜਿਹੜਾ ਸਾਨੂੰ ਗਿਵਨ ਕੰਪਲੈਕਸ ਨੰਬਰ ਹੈ ਉਹਦਾ ਕੰਜੂਗੇਟ ਕਰਕੇ ਉਹਦੇ ਹੀ ਬਰਾਬਰ ਰੱਖ ਦਿਓ। ਇਸ ਵਾਰ ਇੱਥੇ ਮਾਈਨਸ ਨਹੀਂ ਲਗਾਉਣਾ, ਮਾਈਨਸ ਕਦੋਂ ਲਾਉਣਾ, ਜਦੋਂ ਆਪਾਂ ਨੂੰ z ਜਿਹੜਾ ਪਿਓਰਲੀ ਇਮੈਜਨਰੀ ਗਿਵਨ ਹੋਵੇ।
ਸੈਕਿੰਡ ਮੈਥਡ ਜਿਹੜਾ ਰਾਜੇ ਉਹ ਹੈ ਕਿ ਅਗਰ ਸਾਨੂੰ ਸਟੇਟਮੈਂਟ ਦੇ ਵਿੱਚ ਗਿਵਨ ਹੋਵੇ ਕਿ ਭਾਈ ਜਿਹੜਾ ਤੁਹਾਡਾ ਗਿਵਨ ਕੰਪਲੈਕਸ ਨੰਬਰ ਹੈ ਜਾਂ ਗਿਵਨ ਕੰਪਲੈਕਸ ਨੰਬਰ ਜਾਂ ਫਿਰ Z ਹੈ ਉਹ ਕੀ ਹੈ, ਪਿਓਰਲੀ ਰੀਅਲ ਹੈ, ਤਾਂ ਫਿਰ ਉੱਥੇ ਅਸੀਂ ਕੀ ਕਹਿ ਸਕਦੇ ਹਾਂ, ਉੱਥੇ ਕਹਿ ਸਕਦੇ ਹਾਂ ਵੀ ਭਾਈ ਜਿਹੜਾ ਇਹਦਾ ਇਮੈਜਨਰੀ ਪਾਰਟ ਹੈ ਉਹਨੂੰ 0 ਦੇ ਇਕੁਅਲ ਰੱਖ ਦਿਓ, ਜਾਂ ਆਪਾਂ ਕਹਿ ਸਕਦੇ ਹਾਂ y ਨੂੰ ਜਿਹੜਾ ਉਹ 0 ਦੇ ਇਕੁਅਲ ਰੱਖ ਲਓ ਤੇ ਆਨਸਰ ਤੁਹਾਡੇ ਕੋਲ ਆ ਜਾਵੇਗਾ। ਤਾਂ ਇਹ ਦੋ ਮੈਥਡ ਨੇ ਰਾਜੇ। ਕਿਸੇ ਵੀ ਟੌਪਿਕ ਦੀ ਪ੍ਰੋਪਰਟੀਜ਼ ਜਿਹੜੀਆਂ ਬਹੁਤ ਹੀ ਇੰਪੋਰਟੈਂਟ ਹੁੰਦੀਆਂ ਨੇ, ਇਸ ਲਈ ਮੈਂ ਇਹਨਾਂ ਪ੍ਰੋਪਰਟੀਜ਼ ਨਾਲ ਰਿਲੇਟਡ ਜਿੰਨੇ ਵੀ ਕੁਐਸਚਨਸ ਨੇ ਉਹਨਾਂ ਦੀਆਂ ਪ੍ਰਸ਼ਨ ਰੀਲਸ ਮੈਂ ਆਪਣੇ ਇੰਸਟਾਗ੍ਰਾਮ ਚੈਨਲ ਤੇ ਵੀ ਅਪਲੋਡ ਕਰ ਦੇਵਾਂਗਾ, ਅਤੇ ਟੈਲੀਗ੍ਰਾਮ ਤੇ ਮੈਂ ਆਲਰੇਡੀ ਇਹਨਾਂ ਨਾਲ ਰਿਲੇਟਡ ਕੁਝ ਕੁਐਸਚਨਸ ਜਿਹੜੇ ਨੇ ਉਹ ਜਿਹੜੀ ਟੈਸਟ ਸੀਰੀਜ਼ ਜਿਹੜੀ ਚੱਲ ਰਹੀ ਹੈ ਸਾਡੀ MCQ ਸੀਰੀਜ਼, ਸੌਰੀ ਟੈਸਟ ਸੀਰੀਜ਼ ਨਹੀਂ, ਟੈਸਟ ਸੀਰੀਜ਼ ਤਾਂ ਜਿਹੜੀ ਹੈ ਉਹ ਚੈਪਟਰ ਕੰਪਲੀਟ ਹੋਣ ਤੋਂ ਬਾਅਦ ਮੈਂ ਟੈਸਟ ਲਵਾਂਗਾ। ਤਾਂ ਜਿਹੜੀ ਸਾਡੇ ਕੋਲ ਆਲਰੇਡੀ ਟੈਲੀਗ੍ਰਾਮ ਤੇ ਮੈਂ ਅਪਲੋਡ ਕਰਦਾ ਰਹਿਣਾ ਹਾਂ ਕੁਐਸਚਨ, ਉਸ ਦੇ ਆਲਰੇਡੀ ਮੈਂ 50 ਕੁਐਸਚਨ ਜਿਹੜੇ ਅਪਲੋਡ ਕਰ ਦਿੱਤੇ ਹੈ, ਤੇ ਇਸ ਟੌਪਿਕ ਤੋਂ ਬਾਅਦ ਵੀ ਮੈਂ ਕੁਝ ਕੁਐਸਚਨ ਅਪਲੋਡ ਕਰ ਦੇਵਾਂਗਾ। ਤਾਂ ਰਾਜੀ ਜਿੰਨੇ ਵੀ ਕੁਐਸਚਨਸ ਨੇ, ਜਿੰਨੇ ਵੀ ਇੰਪੋਰਟੈਂਟ ਕੁਐਸਚਨਸ ਨੇ, ਮੈਂ ਸਾਰੇ ਅਪਲੋਡ ਕਰਾਂਗਾ ਕੰਪਲੈਕਸ ਨੰਬਰ ਦੇ ਨਾਲ ਰਿਲੇਟਡ। ਜਿਵੇਂ ਜਿਵੇਂ ਵੀਡੀਓਜ਼ ਜਿਹੜੀਆਂ ਕੰਪਲੀਟ ਹੁੰਦੀਆਂ ਜਾਣਗੇ, ਜਿਵੇਂ ਜਿਵੇਂ ਟੌਪਿਕ ਅਸੀਂ ਕਵਰ ਕਰਦੇ ਜਾਵਾਂਗੇ, ਉਵੇਂ ਉਵੇਂ ਮੈਂ ਜਿਹੜੀਆਂ MCQs ਆ ਜਿਹੜੇ ਉਹ ਟੈਲੀਗ੍ਰਾਮ ਚੈਨਲ 'ਤੇ ਅਪਲੋਡ ਕਰਦਾ ਜਾਵਾਂਗਾ। ਤਾਂ ਇੰਸਟਾਗ੍ਰਾਮ ਦੇ ਉੱਪਰ ਮੈਂ ਜਿਹੜੇ ਕੁਐਸਚਨਸ ਨੇ ਉਹਨਾਂ ਦੀ ਰੀਲਸ ਬਣਾਵਾਂਗਾ, 2-3 ਮਿੰਟ ਦੀ ਰੀਲਸ ਹੁੰਦੀਆਂ ਨੇ, ਉਹਨੂੰ ਮੈਂ YouTube 'ਤੇ ਅਪਲੋਡ ਨਹੀਂ ਕਰ ਸਕਦਾ। ਤਾਂ ਤੁਸੀਂ ਮੇਰੇ ਇੰਸਟਾਗ੍ਰਾਮ ਚੈਨਲ ਨੂੰ ਵੀ ਜ਼ਰੂਰ ਜਿਹੜਾ ਫੋਲੋ ਕਰੋ, ਅਤੇ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲਓ ਰਾਜੇ, ਤਾਂ ਕਿ ਤੁਹਾਨੂੰ ਜਿਹੜਾ ਜਿੰਨਾ ਵੀ ਮਟੀਰੀਅਲ ਹੈ, ਚਾਹੇ ਉਹ MCQs ਹੋਵੇ, ਚਾਹੇ ਉਹ ਨੋਟਸ ਹੋਣ, ਜਿਹੜੇ ਤੁਹਾਨੂੰ ਉਹ ਮਿਲ ਸਕਣ। ਫੋਰਥ ਪ੍ਰੋਪਰਟੀ ਜਿਹੜੀ ਹੈ ਰਾਜੇ ਬਹੁਤ ਈਜ਼ੀ ਹੈ ਕਿ ਅਗਰ ਦੋ ਕੰਪਲੈਕਸ ਨੰਬਰ ਨੇ ਉਹਨਾਂ ਦਾ ਜਿਹੜਾ ਪਲੱਸ ਹੈ ਉਹਦਾ ਕੰਜੂਗੇਟ ਕਰ ਦਈਏ, ਜੋ ਦੋ ਕੰਪਲੈਕਸ ਨੰਬਰ ਦਾ ਜੋੜ, ਤੇ ਫਿਰ ਉਹਨੂੰ ਅਗਰ ਕੰਜੂਗੇਟ ਕਰ ਦਈਏ ਤਾਂ ਉਹ ਸਾਡੇ ਕੋਲ ਬਰਾਬਰ ਹੋਵੇਗਾ ਇਕੱਲੇ ਇਕੱਲੇ ਦੇ ਕੰਜੂਗੇਟ ਦੇ ਪਲੱਸ Z2 ਦੇ। ਸਿਮਿਲਰਲੀ ਅਗਰ ਦੋ ਕੰਪਲੈਕਸ ਨੰਬਰ ਨੇ ਉਹਨਾਂ ਨੂੰ ਸਬਟਰੈਕਟ ਕਰ ਦਈਏ ਫਿਰ ਉਹਨਾਂ ਦਾ ਕੰਜੂਗੇਟ ਕਰੀਏ ਤਾਂ ਉਹ ਬਰਾਬਰ ਹੋਵੇਗਾ ਇਕੱਲੇ ਇਕੱਲੇ ਦੇ ਕੰਜੂਗੇਟ ਦੇ ਡਿਫਰੈਂਸ ਦੇ। ਤੇ ਸਿਕਸਥ ਜਿਹੜੀ ਪ੍ਰੋਪਰਟੀ ਹੈ ਰਾਜੇ ਸਾਡੇ ਕੋਲ ਕਿ ਅਗਰ ਦੋ ਕੰਪਲੈਕਸ ਨੰਬਰ ਨੂੰ ਮਲਟੀਪਲਾਈ ਕਰ ਦਈਏ ਤੇ ਫਿਰ ਉਸ ਦਾ ਕੰਜੂਗੇਟ ਕਰੀਏ, ਉਹ ਬਰਾਬਰ ਹੋਵੇਗਾ ਇਕੱਲੇ ਇਕੱਲੇ ਦੀ ਕੰਜੂਗੇਟ ਦੇ ਮਲਟੀਪਲਾਈ ਬਾਏ ਸੈਕਿੰਡ ਦੇ ਕੰਜੂਗੇਟ ਦੇ। ਜਿਹੜੀ ਸਿਕਸਥ ਪ੍ਰੋਪਰਟੀ ਹੈ ਰਾਜੇ ਉਹ ਸਾਡੇ ਕੋਲ ਹੈ ਕਿ ਅਗਰ ਦੋ ਕੰਪਲੈਕਸ ਨੰਬਰ ਨੂੰ ਡਿਵਾਈਡ ਕਰ ਦਈਏ ਫਿਰ ਉਹਨਾਂ ਦਾ ਕੰਜੂਗੇਟ ਕਰੀਏ ਤਾਂ ਉਹ ਬਰਾਬਰ ਹੋਵੇਗਾ ਇਕੱਲੇ ਇਕੱਲੇ ਦੇ ਕੰਜੂਗੇਟ ਤੇ ਉਹਨਾਂ ਦੇ ਡਿਵਾਈਡ ਦੇ। ਤਾਂ ਇਹ ਜਿਹੜੀਆਂ ਪ੍ਰੋਪਰਟੀਜ਼ ਨੇ ਬਹੁਤ ਇੰਪੋਰਟੈਂਟ ਨੇ, ਬਹੁਤ ਯੂਜ਼ਫੁਲ ਨੇ। ਨੈਕਸਟ ਜਿਹੜੀ ਪ੍ਰੋਪਰਟੀ ਹੈ ਰਾਜੇ ਸਾਡੇ ਕੋਲ ਪ੍ਰੋਪਰਟੀ ਜਿਹੜੀ ਹੈ ਸਾਡੇ ਕੋਲ 8th ਪ੍ਰੋਪਰਟੀ ਹੈ, ਉਹ ਪ੍ਰੋਪਰਟੀ ਕੀ ਹੈ ਕਿ ਜਿਹੜਾ Z ਮਲਟੀਪਲਾਈ ਬਾਏ Z ਬਾਰ, ਮਤਲਬ Z ਨੂੰ ਉਹਦੇ ਹੀ ਕੰਜੂਗੇਟ ਨਾਲ ਅਗਰ ਮਲਟੀਪਲਾਈ ਕਰ ਦਈਏ ਤਾਂ ਉਹ ਬਰਾਬਰ ਹੁੰਦਾ ਰਾਜੇ ਰੀਅਲ ਪਾਰਟ ਆਫ Z ਦੇ ਸਕੁਅਰ ਦੇ ਪਲੱਸ ਇਮੈਜਨਰੀ ਪਾਰਟ ਆਫ Z ਦੇ ਸਕੁਅਰ ਦੇ ਬਰਾਬਰ ਹੁੰਦਾ ਹੈ। ਤਾਂ ਅਗਰ ਕੋਈ ਵੀ ਕੰਪਲੈਕਸ ਨੰਬਰ ਹੈ ਉਹਨੂੰ ਉਹਦੇ ਕੰਜੂਗੇਟ ਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਉਹ ਬਰਾਬਰ ਹੁੰਦਾ ਹੈ ਰੀਅਲ ਪਾਰਟ ਉਸੇ ਕੰਪਲੈਕਸ ਨੰਬਰ ਦੇ ਰੀਅਲ ਪਾਰਟ ਦੇ ਸਕੁਅਰ ਦੇ ਪਲੱਸ ਇਮੈਜਨਰੀ ਪਾਰਟ ਸਕੁਅਰ ਦੇ। ਸਪੋਜ਼ ਅਸੀਂ Z ਨੂੰ ਜਿਹੜਾ ਰਾਜੇ x ਪਲੱਸ ਆਈਟਾ y ਮੰਨ ਲੈਂਦੇ ਹਾਂ, ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ ਪ੍ਰੋਪਰਟੀ ਨੂੰ ਕਿ x ਸਕੁਅਰ ਪਲੱਸ y ਸਕੁਅਰ ਦੀ ਤਰ੍ਹਾਂ ਲਿਖ ਸਕਦੇ ਹਾਂ। ਤਾਂ ਦੋ ਜਦੋਂ ਕੰਪਲੈਕਸ ਨੰਬਰ ਤੇ ਉਹਦਾ ਕੰਜੂਗੇਟ ਮਲਟੀਪਲਾਈ ਹੁੰਦਾ ਤਾਂ ਉਹ ਬਰਾਬਰ ਹੁੰਦਾ ਹੈ x ਸਕੁਅਰ ਪਲੱਸ y ਸਕੁਅਰ ਦੇ। ਹੁਣ ਇਹਦਾ ਪ੍ਰੂਫ ਦੇਖ ਲੈਂਦੇ ਹਾਂ। ਪ੍ਰੂਫ ਦੇ ਵਿੱਚ ਅਸੀਂ ਕੀ ਕਰਾਂਗੇ, ਅਸੀਂ ਲੈਫਟ ਹੈਂਡ ਸਾਈਡ ਲੈ ਲੈਂਦੇ ਹਾਂ ਇਸ ਪ੍ਰੋਪਰਟੀ ਦੀ। ਲੈਫਟ ਹੈਂਡ ਸਾਈਡ ਕੀ ਕਹਿੰਦੀ ਹੈ, ਲੈਫਟ ਹੈਂਡ ਸਾਈਡ ਕਹਿੰਦੀ ਹੈ ਵੀ Z ਮਲਟੀਪਲਾਈ ਬਾਏ Z ਬਾਰ। ਤਾਂ Z ਦੀ ਵੈਲਿਊ ਰਾਜੇ ਕਿੰਨੀ ਹੈ ਸਾਡੇ ਕੋਲ, Z ਦੀ ਵੈਲਿਊ ਅਸੀਂ ਸਪੋਜ਼ ਕੀਤੀ ਹੈ x ਪਲੱਸ ਆਈਟਾ y, ਤੇ Z ਬਾਰ ਕਿੰਨਾ ਸਾਡੇ ਕੋਲ, ਉਹ ਆਏਗਾ ਆਈਟਾ ਦਾ ਸਾਈਨ ਚੇਂਜ ਕਰਕੇ x ਮਾਈਨਸ ਆਈਟਾ y। ਰਾਜੇ ਆਪਾਂ ਆਲਰੇਡੀ ਡਿਸਕਸ ਕੀਤਾ ਸੀ ਇਸ ਪ੍ਰੋਪਰਟੀ ਬਾਰੇ। ਕਦੋਂ ਡਿਸਕਸ ਕੀਤਾ ਸੀ, ਕਿਹੜੇ ਟੌਪਿਕ ਦੇ ਵਿੱਚ, ਮਲਟੀਪਲੀਕੇਸ਼ਨ ਦੇ ਵਿੱਚ, ਅਲਜੈਬਰਾ ਆਫ ਕੰਪਲੈਕਸ ਨੰਬਰ ਪੜ੍ਹਿਆ ਸੀ ਅਸੀਂ। ਉੱਥੇ ਪੜ੍ਹਿਆ ਸੀ ਕਿ ਅਗਰ x ਪਲੱਸ ਆਈਟਾ y ਦੀ ਮਲਟੀਪਲਾਈ x ਮਾਈਨਸ ਆਈਟਾ y ਦੇ ਨਾਲ ਹੋਵੇ ਤਾਂ ਅਸੀਂ ਇਸ ਨੂੰ ਕੀ ਲਿਖ ਸਕਦੇ ਹਾਂ, x ਸਕੁਅਰ ਪਲੱਸ y ਸਕੁਅਰ। ਉੱਥੇ ਮੈਂ ਇਹਨੂੰ ਪ੍ਰੋਪਰ ਜਿਹੜਾ ਸੋਲਵ ਕਰਵਾਇਆ ਸੀਗਾ, ਪ੍ਰੂਫ ਕਰਵਾਇਆ ਸੀ। ਤਾਂ ਇੱਥੇ ਹੁਣ ਰਾਜੇ ਅਸੀਂ ਕੀ ਕੀਤਾ, Z ਦੀ ਜਗ੍ਹਾ ਤੇ x ਪਲੱਸ ਆਈਟਾ y ਭਰਤਾ, ਤੇ Z ਦੇ ਜਿਹੜੇ ਕੰਜੂਗੇਟ ਦੀ ਹੈ ਉਸ ਦੀ ਵੈਲਿਊ ਭਰ ਦਿੱਤੀ x ਮਾਈਨਸ ਆਈਟਾ y। ਤਾਂ ਸਾਡੇ ਕੋਲ ਕਿੰਨਾ ਆ ਗਿਆ, x ਪਲੱਸ ਆਈਟਾ y ਇੰਟੂ x ਮਾਈਨਸ ਆਈਟਾ y ਕਿਹਦੇ ਕੋਲ ਆ ਗਿਆ, x ਸਕੁਅਰ y ਸਕੁਅਰ ਦੇ। ਤਾਂ ਸਾਡੇ ਕੋਲ ਜਿਹੜੀ ਲੈਫਟ ਹੈਂਡ ਸਾਈਡ ਹੈ ਉਹ ਕਿੰਨੀ ਆ ਗਈ, x ਸਕੁਅਰ ਪਲੱਸ y ਸਕੁਅਰ ਆ ਗਈ। ਹੁਣ ਰਾਜੇ ਆਪਾਂ ਕੀ ਕਰ ਲੈਂਦੇ ਹਾਂ, ਰਾਈਟ ਹੈਂਡ ਸਾਈਡ ਨੂੰ ਵੀ ਦੇਖ ਲੈਂਦੇ ਹਾਂ। ਰਾਈਟ ਹੈਂਡ ਸਾਈਡ ਸਾਡੇ ਕੋਲ ਕੀ ਕਹਿੰਦੀ ਹੈ, ਕਹਿੰਦੀ ਵੀ ਜੇ ਕੋਈ ਆਪਣੇ ਕੋਲ ਰੀਅਲ ਪਾਰਟ ਜਿਹੜਾ Z ਦਾ ਸਕੁਅਰ ਪਲੱਸ ਇਮੈਜਨਰੀ ਪਾਰਟ ਆਫ Z ਦੇ ਸਕੁਅਰ ਦੇ ਬਰਾਬਰ ਹੈ, ਤਾਂ ਰਾਜੇ Z ਨੂੰ ਅਸੀਂ ਕੀ ਸਪੋਜ਼ ਕੀਤਾ, x ਪਲੱਸ ਆਈਟਾ y ਸਪੋਜ਼ ਕੀਤਾ। x ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਰੀਅਲ ਪਾਰਟ ਆਫ Z ਨੂੰ, ਤੇ y ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਇਮੈਜਨਰੀ ਪਾਰਟ ਆਫ Z ਨੂੰ। ਤਾਂ ਰਾਈਟ ਹੈਂਡ ਸਾਈਡ ਜਿਹੜੀਆਂ ਵੈਲਿਊ ਸਬਸਟੀਟਿਊਟ ਕਰ ਦਿਓ ਰੀਅਲ ਪਾਰਟ ਆਫ Z ਦੀ, ਉਹ ਹੈਗੀ ਹੈ x, ਤੇ y ਦੀ ਸੌਰੀ ਇਮੈਜਨਰੀ ਪਾਰਟ ਦੀ ਵੈਲਿਊ ਕਿੰਨੀ ਆ, y। ਤਾਂ ਇਹ ਆਪਣੇ ਕੋਲ ਕੀ ਆ ਗਿਆ, ਰਾਈਟ ਹੈਂਡ ਸਾਈਡ ਆ ਗਈ।
ਫਸਟ ਤੇ ਸੈਕੰਡ ਤੋਂ ਆਪਾਂ ਨੂੰ ਕੀ ਪਤਾ ਚੱਲਿਆ ਕਿ ਲੈਫਟ ਹੈਂਡ ਸਾਈਡ ਜਿਹੜੀ ਆ ਉਹ ਰਾਈਟ ਹੈਂਡ ਸਾਈਡ ਦੇ ਇਕੁਅਲ ਹੈ। ਇੱਥੋਂ ਪ੍ਰੋਪਰਟੀ ਜਿਹੜੀ ਆ ਉਹ 8th ਪ੍ਰੂਵ ਹੋ ਜਾਂਦੀ ਹੈ ਕਿ ਕਿਸੇ ਵੀ ਕੰਪਲੈਕਸ ਨੰਬਰ ਨੂੰ ਪ੍ਰੋਪਰਟੀ 9th ਦੇਖ ਲੈਂਦੇ ਆ। ਪ੍ਰੋਪਰਟੀ 9th ਕੀ ਹੈ ਸਾਡੇ ਕੋਲ ਕਿ ਕਿਸੇ ਵੀ ਕੰਪਲੈਕਸ ਨੰਬਰ ਨੂੰ ਅਗਰ ਪਲੱਸ ਕੀਤਾ ਜਾਵੇ ਉਹਦੇ ਕੰਜੂਗੇਟ ਦੇ ਨਾਲ ਤਾਂ ਉਹ ਬਰਾਬਰ ਹੋਵੇਗਾ ਡਬਲ ਆਫ ਰੀਅਲ ਪਾਰਟ ਆਫ ਕੰਪਲੈਕਸ ਨੰਬਰ ਦੇ। ਇਸ ਦਾ ਪ੍ਰੂਫ ਦੇਖ ਲੈਂਦੇ ਰਜੇ। ਸਭ ਤੋਂ ਪਹਿਲਾਂ ਅਸੀਂ LHS ਸਪੋਜ਼ ਕਰ ਲੈਂਦੇ ਆ, ਲੈ ਲੈਂਦੇ ਆ। LHS ਸਾਡੇ ਕੋਲ ਕੀ ਹੈ Z ਪਲੱਸ Z ਬਾਰ ਦੇ ਇਕੁਅਲ। ਸਾਨੂੰ ਪਤਾ ਹੈ ਕਿ ਅਸੀਂ ਜਿਹੜਾ Z ਹੈ ਉਹਨੂੰ ਸਪੋਜ਼ ਕਰਦੇ ਹੁੰਦੇ ਆ X ਪਲੱਸ ਆਈਟਾ Y ਦੇ ਇਕੁਅਲ। ਇੱਥੇ ਅਸੀਂ ਜਿਹੜੀ ਵੈਲਿਊਜ਼ ਨੇ ਉਹ ਸਬਸਟੀਟਿਊਟ ਕਰ ਦਾਂਗੇ Z ਤੇ Z ਬਾਰ ਦੀਆਂ। Z ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ X ਪਲੱਸ ਆਈਟਾ Y ਤੇ Z ਦੇ ਕੰਜੂਗੇਟ ਦੀ ਵੈਲਿਊ ਕਿੰਨੀ ਆ ਜੂਗੀ X ਮਾਈਨਸ ਆਈਟਾ Y ਆ ਜਾਏਗੀ। ਹੁਣ ਸਾਨੂੰ ਪਤਾ ਹੈ ਕਿ ਕੰਜੂਗੇਟ ਕੀ ਹੁੰਦਾ, ਆਈਟਾ ਦਾ ਸਾਈਨ ਚੇਂਜ ਕਰ ਦੇਣੇ ਹੁੰਦੇ ਆ ਤੇ ਇਸੇ ਕਰਕੇ Z ਬਾਰ ਦੀ ਵੈਲਿਊ X ਮਾਈਨਸ ਆਈਟਾ Y ਆ ਗਈ। ਇਸ ਤੋਂ ਬਾਅਦ ਆਈਟਾ Y ਨਾਲ ਆਈਟਾ Y ਕੈਂਸਲ ਆਊਟ ਹੋ ਗਿਆ ਤਾਂ ਕਿੰਨਾ ਆ ਗਿਆ ਸਾਡੇ ਕੋਲ ਆ ਗਿਆ 2X। X ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ ਇੱਥੇ ਰੀਅਲ ਪਾਰਟ ਆਫ Z ਨੂੰ, ਤਾਂ ਅਸੀਂ X ਦੀ ਜਗ੍ਹਾ ਤੇ ਕੀ ਲਿਖ ਸਕਦੇ ਹਾਂ 2 ਇੰਟੂ ਰੀਅਲ ਪਾਰਟ ਆਫ Z ਦੇ ਇਕੁਅਲ ਵੀ ਲਿਖ ਸਕਦੇ ਹਾਂ। ਤਾਂ ਇਹ ਆਪਣੇ ਕੋਲ ਕਿਸ ਦੇ ਇਕੁਅਲ ਆ ਗਿਆ RHS ਦੇ। ਤਾਂ ਆਪਣੀ 9th ਪ੍ਰੋਪਰਟੀ ਜਿਹੜੀ ਉਹ ਇੱਥੋਂ ਪ੍ਰੂਫ ਹੋ ਜਾਂਦੀ ਹੈ। 10th ਪ੍ਰੋਪਰਟੀ ਰਜੇ ਕੀ ਕਹਿੰਦੀ ਹੈ 10th ਪ੍ਰੋਪਰਟੀ ਦੇਖ ਲੈਂਦੇ ਆ। 10th ਪ੍ਰੋਪਰਟੀ ਆਪਣੇ ਕੋਲ ਕਿ ਜਿਹੜਾ Z ਮਾਈਨਸ Z ਬਾਰ ਹੈ ਉਹ ਬਰਾਬਰ ਹੋਵੇਗਾ ਡਬਲ ਆਫ ਆਈਟਾ ਮਲਟੀਪਲਾਈ ਬਾय ਇਮੈਜਨਰੀ ਪਾਰਟ ਆਫ Z ਦੇ ਇਕੁਅਲ ਹੋਵੇਗਾ। ਸਭ ਤੋਂ ਪਹਿਲਾਂ ਅਸੀਂ ਲਿਖ ਲਾਂਗੇ LHS ਨੂੰ। ਲੈਫਟ ਹੈਂਡ ਸਾਈਡ ਸਾਡੇ ਕੋਲ ਕਿੰਨੀ ਹੈ, ਲੈਫਟ ਹੈਂਡ ਸਾਈਡ ਸਾਡੇ ਕੋਲ ਹੈ Z ਮਾਈਨਸ Z ਕੰਜੂਗੇਟ ਦੇ ਬਰਾਬਰ। ਤਾਂ Z ਮਾਈਨਸ Z ਕੰਜੂਗੇਟ ਸਾਨੂੰ ਪਤਾ ਹੈ ਕਿ ਜਿਹੜਾ Z ਹੈ ਉਹਨੂੰ ਅਸੀਂ X ਪਲੱਸ ਆਈਟਾ Y ਦੇ ਇਕੁਅਲ ਜਿਹੜਾ ਸਪੋਜ਼ ਕਰਦੇ ਹੁੰਦੇ ਹਾਂ। ਇੱਥੇ ਜਿਹੜੀ ਵੈਲਿਊਜ਼ ਨੇ ਅਸੀਂ ਸਬਸਟੀਟਿਊਟ ਕਰ ਦਾਂਗੇ Z ਤੇ Z ਬਾਰ ਦੀਆਂ। Z ਦੀ ਵੈਲਿਊ ਕਿੰਨੀ ਆ ਗਈ X ਪਲੱਸ ਆਈਟਾ Y ਤੇ ਮਾਈਨਸ ਬ੍ਰੈਕਟ ਪਾ ਲੈਣਾ ਹੈ Z ਬਾਰ ਦੀ ਵੈਲਿਊ ਕਿੰਨੀ ਆ ਗਈ X ਮਾਈਨਸ ਆਈਟਾ Y ਦੇ ਇਕੁਅਲ ਆ ਗਈ। implies and implied by x plus आइटा y माइनस ब्रैकेट ओपन करके माइनस x प्लस आइटा y आ गया। x नाल रजे x कैंसल आउट हो गया तो साढ़े कोल कितना आंसर आ गया डबल ऑफ आइटा y आंसर आ गया। सानू पता y किस नूं रिप्रजेंट करता है, y रिप्रजेंट करता है इमैजनरी पार्ट ऑफ Z ਨੂੰ रिप्रजेंट करता है। तो एक दे बराबर इक्वल आ गया RHS इक्वल दे। तो इत्थों रजे साढ़े कोल जिहड़ी प्रॉपर्टी 10th है वो जी वो प्रूफ हो गई। प्रॉपर्टी 10th की सी कि Z माइनस Z बार बराबर है 2 आइटा इमैजनरी पार्ट ऑफ Z दे इक्वल है। ਤਾਂ ਰਜੇ ਇਹ ਸੀ ਅੱਜ ਦਾ ਟੌਪਿਕ ਸਾਡਾ ਇੰਪੋਰਟੈਂਟ ਪ੍ਰੋਪਰਟੀਜ਼ ਆਫ ਕੰਜੂਗੇਟ ਆਫ ਕੰਪਲੈਕਸ ਨੰਬਰ। ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਧੰਨਵਾਦ।